ਮਨੋਜ ਨੂੰ ਆਪਣੀ ਪਤਨੀ ਮੀਨਾਕਸ਼ੀ ਦੀਆਂ ਗੱਲਾਂ 'ਤੇ ਬਿਲਕੁਲ ਯਕੀਨ ਨਹੀਂ ਹੋਇਆ। ਉਹ ਬੋਲਿਆ, ਜੇ ਤੇਰੀ ਗੱਲ ਝੂਠੀ ਨਿਕਲੀ ਤਾਂ ਮੀਨਾਕਸ਼ੀ ਨੇ ਕਿਹਾ, ਜੇ ਮੇਰੀ ਗੱਲ ਝੂਠੀ ਸਾਬਤ ਹੋਈ ਤਾਂ ਤੂੰ ਮੈਨੂੰ ਫਾਂਸੀ 'ਤੇ ਲਟਕਾ ਦੇਵੀਂ ਮਨੋਜ, ਪਰ ਮੇਰੇ 'ਤੇ ਯਕੀਨ ਕਰੋ, ਮੈਂ ਜੋ ਕਹਿ ਰਹੀ ਹਾਂ ਉਹ ਇੱਕਦਮ ਸੱਚ ਆ। ਮਨੋਜ ਕਈ ਦਿਨਾਂ ਤੋਂ ਪਰੇਸ਼ਾਨ ਸੀ। ਉਸ ਦਾ ਬਿਜ਼ਨਸ ਠੱਪ ਹੋ ਗਿਆ ਸੀ। ਉਸ ਦੇ ਉੱਪਰ ਕਾਫੀ ਕਰਜ਼ਾ ਚੜ੍ਹ ਗਿਆ ਸੀ। ਇਸ ਕਰਜ਼ੇ ਨੂੰ ਉਤਾਰਨ ਲਈ ਉਹ ਆਪਣੀ ਪੁਸ਼ਤੈਨੀ ਜ਼ਮੀਨ ਵੇਚਣਾ ਚਾਹੁੰਦਾ ਸੀ, ਪਰ ਉਸ ਦੇ ਭਰਾ ਭਰਜਾਈ ਇਸ ਪੱਖ ਵਿੱਚ ਨਹੀਂ ਸੀ। ਮਨੋਜ ਪਿੰਡ ਵਿੱਚ ਹੀ ਰਹਿੰਦਾ ਸੀ ਤੇ ਉਸ ਦਾ ਵੱਡਾ ਭਰਾ ਸ਼ਹਿਰ ਵਿੱਚ। 2 ਸਾਲ ਪਹਿਲਾਂ ਤਾਂ ਉਸ ਦੇ ਬੁੱਢੇ ਮਾਂ-ਬਾਪ ਮਨੋਜ ਨਾਲ ਰਹਿੰਦੇ ਸੀ, ਪਰ ਜਦੋਂ ਉਸ ਦੇ ਬਾਪ ਦੀ ਮੌਤ ਹੋਈ ਤਾਂ ਉਸ ਦੀ ਮਾਂ ਉਸ ਦੇ ਵੱਡੇ ਬੇਟੇ ਕੋਲ ਆ ਗਈ। ਪਰ ਵੱਡੇ ਬੇਟੇ ਦਾ ਘਰ ਵੱਡਾ ਜ਼ਰੂਰ ਸੀ, ਪਰ ਉਸ ਦਾ ਦਿਲ ਇੰਨਾ ਛੋਟਾ ਸੀ ਕਿ ਮਾਂ ਦੇ ਲਈ ਜਗ੍ਹਾ ਹੀ ਨਹੀਂ ਸੀ। ਇਸ ਲਈ ਉਹ ਆਪਣੇ ਛੋਟੇ ਬੇਟੇ ਕੋਲ ਹੀ ਚਲੀ ਗਈ। ਜਦੋਂ ਦੀ ਉਹ ਸ਼ਹਿਰ ਵਿੱਚੋਂ ਆਈ ਸੀ, ਉਹ ਬਿਮਾਰ ਰਹਿਣ ਲੱਗੀ। ਉਹਦੀ ਛੋਟੀ ਨੂੰਹ ਉਸ ਦੀ ਬਹੁਤ ਸੇਵਾ ਕਰਦੀ। ਵੱਡਾ ਮੁੰਡਾ ਤਾਂ ਉਸ ਦਾ ਹਾਲ ਪੁੱਛਦਾ ਤੱਕ ਨਹੀਂ ਸੀ। ਆਪਣੀ ਮਾਂ ਨੂੰ ਮਨੋਜ ਅਤੇ ਮੀਨਾਕਸ਼ੀ ਹੀ ਸੀ ਜੋ ਦੇਖਭਾਲ ਕਰਦੇ ਰਹੇ ਸੀ। ਪਿਛਲੇ 2 ਸਾਲਾਂ ਤੋਂ ਆਪਣੀ ਮਾਂ ਦੇ ਇਲਾਜ 'ਤੇ ਵੀ ਮਨੋਜ ਨੇ ਕਾਫੀ ਕਰਜ਼ਾ ਚੱਕ ਲਿਆ ਸੀ। ਮਨੋਜ ਦੇ ਵੱਡੇ ਭਰਾ ਕੋਲ ਕਾਫੀ ਜ਼ਿਆਦਾ ਪੈਸਾ ਸੀ। ਜਦੋਂ ਮਨੋਜ ਦੀ ਭਰਜਾਈ ਨੂੰ ਬੱਚਾ ਹੋਣ ਵਾਲਾ ਸੀ ਤਾਂ ਮੀਨਾਕਸ਼ੀ ਨੇ ਉਸ ਨੂੰ ਹਸਪਤਾਲ ਵਿੱਚ ਸਾਂਭਿਆ। ਜਦੋਂ ਬੱਚਾ ਹੋ ਗਿਆ ਅਤੇ ਹਸਪਤਾਲ ਤੋਂ ਜਾਣ ਵੇਲੇ ਉਸ ਦੀ ਭਰਜਾਈ ਨੇ ਮੀਨਾਕਸ਼ੀ ਦੇ ਹੱਥ ਵਿੱਚ ਨੋਟਾਂ ਦੀ ਗੁੱਟੀ ਫੜਾ ਦਿੱਤੀ। ਮੀਨਾਕਸ਼ੀ ਨੇ ਉਹ ਪੈਸੇ ਨਾ ਫੜੇ। ਮਨੋਜ ਦੀ ਭਾਬੀ ਨੂੰ ਲੱਗਦਾ ਸੀ ਕਿ ਮੀਨਾਕਸ਼ੀ ਪੈਸਿਆਂ ਦੀ ਖਾਤਰ ਹੀ ਮੇਰੀ ਸੇਵਾ ਕਰ ਰਹੀ ਆ। ਮਨੋਜ ਦੀ ਭਾਬੀ ਨੇ ਜਦੋਂ ਪੈਸੇ ਦੇਣੇ ਚਾਹੇ ਤਾਂ ਮਨੋਜ ਨੂੰ ਬਹੁਤ ਗੁੱਸਾ ਆਇਆ, ਪਰ ਮੀਨਾਕਸ਼ੀ ਨੇ ਚੁੱਪ ਕਰਾ ਦਿੱਤਾ, ਇਹ ਕਹਿ ਕੇ ਕਿ ਉਹਨਾਂ ਦੀ ਸੇਵਾ ਕਰਨਾ ਆਪਣਾ ਫਰਜ਼ ਆ, ਉਹ ਤਾਂ ਜੋ ਮਰਜ਼ੀ ਸਮਝਣ, ਉਹ ਆਪਣੇ ਤੋਂ ਵੱਡੇ ਆ। ਇੱਧਰ ਉਹ ਆਪਣੀ ਮਾਂ ਦੀ ਸੇਵਾ ਕਰਦੇ ਸੀ ਤੇ ਵੱਡੇ ਭਰਾ ਤੇ ਭਾਬੀ ਇਹ ਸੋਚਦੇ ਸੀ ਕਿ ਉਹ ਪਿੰਡ ਵਾਲੀ ਜ਼ਮੀਨ ਦੀ ਖਾਤਰ ਮਾਂ ਨੂੰ ਸਾਂਭ ਰਹੇ ਆ, ਪਰ ਅਜਿਹਾ ਨਹੀਂ ਸੀ। ਮਨੋਜ ਦੀ ਪਤਨੀ ਮੀਨਾਕਸ਼ੀ ਦਾ ਸੁਭਾਅ ਹੀ ਅਜਿਹਾ ਸੀ ਕਿ ਉਹ ਛੋਟੇ ਜਿਹੇ ਘਰ ਵਿੱਚ ਗੁਜ਼ਾਰਾ ਕਰਨ ਦੇ ਬਾਵਜੂਦ ਵੀ ਮਨੋਜ ਨੂੰ ਕਦੇ ਸ਼ਿਕਾਇਤ ਨਹੀਂ ਕਰਦੀ ਸੀ। ਵੱਡੇ ਭਰਾ ਤੇ ਭਾਬੀ ਦਾ ਸੁਭਾਅ ਮਨੋਜ ਅਤੇ ਉਸ ਦੀ ਪਤਨੀ ਮੀਨਾਕਸ਼ੀ ਲਈ ਹਮੇਸ਼ਾ ਬੁਰਾ ਹੀ ਸੀ। ਮਨੋਜ ਕਦੇ ਆਪਣੇ ਵੱਡੇ ਭਰਾ ਭਰਜਾਈ ਨੂੰ ਬੁਰਾ ਬੋਲ ਵੀ ਦਿੰਦਾ, ਪਰ ਮੀਨਾਕਸ਼ੀ ਆਪਣੇ ਜੇਠ ਜਠਾਣੀ ਦੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਉਂਦੀ। ਮੀਨਾਕਸ਼ੀ ਦੀ ਆਦਤ ਨਾਲ ਉਸ ਦਾ ਪਤੀ ਮਨੋਜ ਉਸ ਨੂੰ ਬੇਵਕੂਫ ਸਮਝਦਾ ਸੀ, ਪਰ ਮੀਨਾਕਸ਼ੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। 15 ਦਿਨ ਪਹਿਲਾਂ ਹੀ ਮਾਂ ਦੀ ਮੌਤ ਹੋ ਗਈ। ਮਾਂ ਦੀ ਮੌਤ ਦੇ ਬਾਅਦ ਉਹ ਸੋਚਦਾ ਸੀ ਕਿਵੇਂ ਕਰਕੇ ਆਪਣੇ ਵੱਡੇ ਭਰਾ ਅਤੇ ਭਰਜਾਈ ਨੂੰ ਜ਼ਮੀਨ ਵੇਚਣ ਵਾਸਤੇ ਰਾਜ਼ੀ ਕਰਾਂ, ਪਰ ਮਨੋਜ ਦਾ ਵੱਡਾ ਭਰਾ ਕਿਸੇ ਵੀ ਕੀਮਤ 'ਤੇ ਆਪਣੇ ਬਾਪ ਦਾਦੇ ਦੀ ਜ਼ਮੀਨ ਨਹੀਂ ਵੇਚਣਾ ਚਾਹੁੰਦਾ ਸੀ। ਮਨੋਜ ਅੱਜ ਹੀ ਆਪਣੇ ਭਰਾ ਭਰਜਾਈ ਨੂੰ ਮਿਲ ਕੇ ਆਇਆ ਸੀ। ਉਸ ਤੋਂ ਬਾਅਦ ਉਹ ਬੇਹੱਦ ਪਰੇਸ਼ਾਨ ਦਿਖ ਰਿਹਾ ਸੀ। ਆਪਣੇ ਪਤੀ ਨੂੰ ਟੈਨਸ਼ਨ ਵਿੱਚ ਦੇਖ ਕੇ ਮੀਨਾਕਸ਼ੀ ਸਮਝ ਗਈ ਕਿ ਅੱਜ ਫਿਰ ਉਹ ਜ਼ਮੀਨ ਨੂੰ ਲੈ ਕੇ ਆਪਣੇ ਭਰਾ ਨਾਲ ਕਹਾ ਸੁਣੀ ਹੋਈ ਆ। ਮਨੋਜ ਦੀ ਪਤਨੀ ਮੀਨਾਕਸ਼ੀ ਦਿਲ ਦੀ ਬਹੁਤ ਸਾਫ਼ ਸੀ। ਉਹ ਆਪਣੀ ਜਠਾਣੀ ਦੀ ਤਰ੍ਹਾਂ ਤੇਜ਼ ਹੁੰਦੀ ਤਾਂ ਸ਼ਾਇਦ ਉਸ ਦਾ ਪਤੀ ਪਰੇਸ਼ਾਨ ਨਾ ਹੁੰਦਾ। ਮਨੋਜ ਦਾ ਵੱਡਾ ਭਰਾ ਬੈਂਕ ਵਿੱਚ ਮੈਨੇਜਰ ਸੀ। ਉਹ ਚਾਹੁੰਦਾ ਤਾਂ ਆਪਣੇ ਛੋਟੇ ਭਰਾ ਦਾ ਬੈਂਕ ਵਿੱਚੋਂ ਲੋਨ ਕਰਵਾ ਕੇ ਅਚਾਰ ਦੇ ਬਿਜ਼ਨਸ ਨੂੰ ਦੁਬਾਰਾ ਖੜਾ ਕਰਨ ਵਿੱਚ ਉਸ ਦੀ ਮਦਦ ਕਰ ਸਕਦਾ ਸੀ, ਪਰ ਉਸ ਨੇ ਅਜਿਹਾ ਨਾ ਕੀਤਾ। ਮਨੋਜ ਦੇ ਭਰਾ ਦੇ 3 ਬੱਚੇ ਸੀ ਜੋ ਵੱਡੇ ਸ਼ਹਿਰ ਵਿੱਚ ਵੱਡੇ ਸਕੂਲ ਵਿੱਚ ਪੜ੍ਹਦੇ ਸੀ। ਮਨੋਜ ਦੀ ਇੱਕ ਬੇਟੀ ਸੀ, 6 ਸਾਲ ਦੀ ਹੋ ਚੁੱਕੀ ਸੀ, ਪਰ ਉਸ ਨੂੰ ਮਹਿੰਗੇ ਸਕੂਲ ਵਿੱਚ ਪੜ੍ਹਾਉਣ ਦੀ ਔਕਾਤ ਮਨੋਜ ਦੀ ਨਹੀਂ ਸੀ। ਮਨੋਜ ਨੇ ਆਪਣੀ ਬੇਟੀ ਸਰਕਾਰੀ ਸਕੂਲ ਵਿੱਚ ਲਾ ਦਿੱਤੀ। ਖੈਰ, ਸ਼ਾਮ ਨੂੰ ਮਨੋਜ ਦੀ ਬੇਟੀ ਸੁੱਤੀ ਪਈ ਸੀ। ਮਨੋਜ ਵੀ ਆਪਣੇ ਭਰਾ ਨਾਲ ਕਹਾ ਸੁਣੀ ਕਰਕੇ ਆਇਆ ਸੀ। ਖਾਣਾ ਖਾਂਦੇ ਸਮੇਂ ਮੀਨਾਕਸ਼ੀ ਨੇ ਆਪਣੇ ਪਤੀ ਨੂੰ ਅਜਿਹੀ ਗੱਲ ਦੱਸੀ ਕਿ ਮਨੋਜ ਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਾ ਹੋਇਆ। ਮਨੋਜ ਨੇ ਕਿਹਾ, ਮੀਨਾਕਸ਼ੀ, ਤੂੰ ਮੈਨੂੰ ਇਹ ਪਹਿਲਾਂ ਕਿਉਂ ਨਹੀਂ ਦੱਸਿਆ? ਮੀਨਾਕਸ਼ੀ ਨੇ ਕਿਹਾ, ਮਾਂ ਜੀ ਨੂੰ ਮਰੇ ਹੋਏ ਅਜੇ ਮਹੀਨਾ ਹੀ ਗੁਜ਼ਰਿਆ। ਮੈਂ ਇੰਨਾ ਬਿਜੀ ਸੀ ਕਿ ਇਹ ਗੱਲ ਦੱਸਣਾ ਭੁੱਲ ਗਈ। ਹੁਣ ਤੁਹਾਨੂੰ ਇੰਨਾ ਪਰੇਸ਼ਾਨ ਦੇਖਿਆ ਤਾਂ ਗੱਲ ਯਾਦ ਆ ਗਈ ਜੋ ਮਾਂ ਨੇ ਮਰਨ ਤੋਂ 1 ਦਿਨ ਪਹਿਲਾਂ ਮੈਨੂੰ ਦੱਸੀ ਸੀ। ਆਪਣੇ ਖੇਤ ਵਿੱਚ ਜੋ ਕਮਰਾ, ਉਸ ਦੇ ਇੱਕ ਖੂੰਜੇ ਵਿੱਚ ਆਪਣੇ ਪੂਰਵਜਾਂ ਦਾ ਸਾਰਾ ਧਨ ਨੱਪਿਆ ਹੋਇਆ
ਹਾਲਾਂਕਿ ਮੰਮੀ ਜੀ ਨੇ ਉਸ ਧਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ, ਲੇਕਿਨ ਜਦੋਂ ਪਾਪਾ ਜੀ ਦੀ ਮੌਤ ਹੋਈ ਸੀ ਤਾਂ ਉਹਨਾਂ ਨੇ ਮੰਮੀ ਜੀ ਨੂੰ ਇਹ ਗੱਲ ਦੱਸੀ ਸੀ। ਕਿਹਾ ਸੀ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਇਸ ਧਨ ਬਾਰੇ ਤੇ ਕਿਹਾ ਸੀ ਉਸ ਨੂੰ ਦੱਸਣਾ ਜੋ ਉਸ ਨੂੰ ਸੰਭਾਲਣ ਦੇ ਲਾਇਕ ਹੋਵੇ। ਮੀਨਾਕਸ਼ੀ ਦੇ ਇਹ ਦੱਸਣ ਤੇ ਮਨੋਜ ਨੇ ਆਪਣੀ ਬੇਵਕੂਫ ਪਤਨੀ ਨੂੰ ਬਾਹਾਂ ਵਿੱਚ ਭਰ ਲਿਆ। ਸਿੱਧੀ ਸਾਦੀ ਮੀਨਾਕਸ਼ੀ ਦਾ ਕਹਿਣਾ ਸੀ ਕਿਉਂ ਨਾ ਆਪਾਂ ਆਪਣੇ ਪੁਰਖਾਂ ਦੀ ਦੌਲਤ ਦੇ ਬਾਰੇ ਵੱਡੇ ਭਰਾ ਭਰਜਾਈ ਨੂੰ ਦੱਸ ਦਈਏ। ਉਹ ਬੈਂਕ ਮੈਨੇਜਰ ਆ, ਸੋਨਾ ਚਾਂਦੀ ਨੂੰ ਬਦਲ ਕੇ ਆਪਾਂ ਨੂੰ ਆਪਣਾ ਹਿੱਸਾ ਨਗਦ ਵਿੱਚ ਦੇ ਦਿਓ। ਬਸ ਆਪਾਂ ਨੂੰ ਇੰਨਾ ਮਿਲ ਜਾਵੇ ਕਿ ਆਪਣਾ ਸਾਰਾ ਕਰਜ਼ ਉਤਰ ਜਾਵੇ ਤੇ ਅਚਾਰ ਵਾਲਾ ਬਿਜ਼ਨਸ ਚੱਲ ਪਵੇ ਅਤੇ ਟੁੱਟਿਆ ਹੋਇਆ ਘਰ ਰਹਿਣ ਲਾਇਕ ਬਣ ਜਾਵੇ। ਇਸ ਤੋਂ ਜ਼ਿਆਦਾ ਆਪਾਂ ਨੂੰ ਨਹੀਂ ਚਾਹੀਦਾ। ਆਪਣੀ ਪਤਨੀ ਦੀ ਇਹ ਗੱਲ ਸੁਣ ਕੇ ਮਨੋਜ ਨੇ ਝੱਟ ਕਿਹਾ, ਮੀਨਾਕਸ਼ੀ ਬੇਵਕੂਫ ਵਾਲੀਆਂ ਗੱਲਾਂ ਨਾ ਕਰ। ਜੇ ਭਰਾ ਭਰਜਾਈ ਨੂੰ ਉਸ ਲੁਕੋਏ ਹੋਏ ਧਨ ਦੀ ਭਿਣਕ ਵੀ ਲੱਗ ਗਈ ਤਾਂ ਉਹ ਪੂਰਾ ਸਾਂਭ ਲੈਣਗੇ। ਆਪਾਂ ਨੂੰ ਇੱਕ ਕੌਡੀ ਵੀ ਨਹੀਂ ਮਿਲਣੀ। ਮੇਰੇ ਸਿਰ ਉੱਤੇ ਹੱਥ ਰੱਖ ਕੇ ਕਸਮ ਖਾ ਕਿ ਤੂੰ ਇਸ ਧਨ ਬਾਰੇ ਕਿਸੇ ਨੂੰ ਵੀ ਨਹੀਂ ਦੱਸੇਂਗੀ। ਮੀਨਾਕਸ਼ੀ ਨੇ ਕਿਹਾ, ਠੀਕ ਆ, ਮੈਂ ਇਹ ਕਿਸੇ ਨੂੰ ਨਹੀਂ ਦੱਸਾਂਗੀ। ਮਨੋਜ ਨੇ ਕਿਹਾ, ਮੈਂ ਕੱਲ ਹੀ ਜਾ ਕੇ ਭਰਾ ਤੋਂ ਉਸ ਕਮਰਿਆਂ ਦੀ ਚਾਬੀ ਲੈ ਕੇ ਆਉਣਾ। ਮੀਨਾਕਸ਼ੀ ਨੇ ਕਿਹਾ, ਤੁਸੀਂ ਕੱਲ ਹੀ ਤਾਂ ਉਸ ਨਾਲ ਲੜ ਕੇ ਆਏ ਹੋ। ਉਹ ਕਿਸੇ ਵੀ ਕੀਮਤ ਤੇ ਤੁਹਾਨੂੰ ਉਹ ਚਾਬੀ ਨਹੀਂ ਦੇਣਗੇ। ਜੇ ਤੂੰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਸ ਜ਼ਮੀਨ ਵਿੱਚ ਚਲਿਆ ਗਿਆ ਤਾਂ ਉਹਨਾਂ ਦੇ ਕਰੀਬੀ ਉਹਨਾਂ ਨੂੰ ਤੁਰੰਤ ਫੋਨ ਕਰ ਦੇਣਗੇ। ਕੋਈ ਹੋਰ ਰਸਤਾ ਹੈ ਤਾਂ ਉਹ ਸੋਚੋ। ਆਪਣੀ ਬੇਵਕੂਫ ਪਤਨੀ ਦੀ ਸਮਝਦਾਰੀ ਵਾਲੀਆਂ ਗੱਲਾਂ ਸੁਣ ਕੇ ਮਨੋਜ ਸੋਚਾਂ ਵਿੱਚ ਪੈ ਗਿਆ। ਥੋੜਾ ਟਾਈਮ ਸੋਚਣ ਤੋਂ ਬਾਅਦ ਮਨੋਜ ਨੇ ਕਿਹਾ, ਮੀਨਾਕਸ਼ੀ ਤੂੰ ਕੱਲ ਵੱਡੇ ਭਰਾ ਦੇ ਘਰੇ ਚਲੀ ਜਾਣਾ। ਉਹਨਾਂ ਨੂੰ ਕਹਿਣਾ ਜਿੱਥੇ ਅਸੀਂ ਰਹਿੰਦੇ ਹਾਂ ਇਸ ਘਰ ਦੇ ਬਦਲੇ ਸਾਨੂੰ ਉਹ ਖੇਤ ਵਾਲੇ 2 ਕਮਰੇ ਦੇ ਦਿਓ। ਮੀਨਾਕਸ਼ੀ ਨੇ ਕਿਹਾ ਕਿ ਮੇਰਾ ਇਸ ਤਰ੍ਹਾਂ ਕਹਿਣ ਨਾਲ ਉਹ ਮੰਨ ਜਾਣਗੇ। ਮਨੋਜ ਨੇ ਕਿਹਾ, ਹਾਂ, ਮੈਂ ਜਦੋਂ ਉਹਨਾਂ ਦੇ ਘਰੇ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਜੇ ਤੇਰੇ ਸਿਰ ਜ਼ਿਆਦਾ ਕਰਜ਼ਾ ਤੂੰ ਆਪਣਾ ਘਰ ਮੇਰੇ ਨਾਮ ਕਰਵਾ ਦੇ ਤੇ ਉਸ ਦੇ ਬਦਲੇ ਤੂੰ ਉਹ ਖੇਤ ਵਾਲਾ ਘਰ ਲੈ ਲਈ। ਮੀਨਾਕਸ਼ੀ ਨੇ ਕਿਹਾ, ਠੀਕ ਆ, ਮੈਂ ਇਸ ਤਰ੍ਹਾਂ ਹੀ ਕਰੂੰਗੀ, ਪਰ ਫਿਰ ਵੀ ਜੇ ਉਹ ਨਾ ਮੰਨੇ ਤਾਂ? ਮਨੋਜ ਨੇ ਕਿਹਾ, ਮੈਂ ਆਪਣੇ ਭਰਾ ਦੀ ਰਗ ਰਗ ਤੋਂ ਵਾਕਿਫ ਹਾਂ। ਉਹ ਤਾਂ ਆਪਣੇ ਇਸ ਪਲਾਟ ਨੂੰ ਲੈਣ ਵਿੱਚ ਕਦੋਂ ਦੇ ਫਿਰਦੇ ਆ, ਕਿਉਂਕਿ ਇਹ ਪਲਾਟ ਜ਼ਮੀਨ ਨਾਲੋਂ ਜ਼ਿਆਦਾ ਮਹਿੰਗਾ। ਅਗਲੇ ਦਿਨ ਮੀਨਾਕਸ਼ੀ ਸਵੇਰੇ ਹੀ ਉਹਨਾਂ ਦੇ ਘਰੇ ਪਹੁੰਚ ਗਈ। ਮੀਨਾਕਸ਼ੀ ਦੀ ਜਠਾਣੀ ਆਪਣੇ ਘਰ ਵਿੱਚ ਉਸ ਨੂੰ ਦੇਖ ਕੇ ਸਮਝ ਗਈ ਕਿ ਇਸ ਨੂੰ ਮਨੋਜ ਨੇ ਹੀ ਭੇਜਿਆ। ਉਸ ਨੇ ਕਿਹਾ, ਮੀਨਾਕਸ਼ੀ ਤੂੰ ਤੇ ਤੇਰਾ ਪਤੀ ਜੋ ਸੋਚ ਰਹੇ ਹੋ ਉਹ ਕਦੇ ਵੀ ਨਹੀਂ ਹੋਵੇਗਾ। ਮੈਂ ਆਪਣੇ ਸਹੁਰਾ ਸਾਹਿਬ ਦੀ ਜ਼ਮੀਨ ਕਦੇ ਨਹੀਂ ਵੇਚਣ ਦੇਵਾਂਗੀ। ਮੀਨਾਕਸ਼ੀ ਨੇ ਕਿਹਾ, ਨਹੀਂ ਦੀਦੀ, ਮੈਂ ਇਸ ਕਰਕੇ ਨਹੀਂ ਆਈ। ਮੈਂ ਤਾਂ ਇਹ ਕਹਿਣ ਆਈ ਹਾਂ ਕਿ ਅਸੀਂ ਜਿਸ ਪਲਾਟ ਵਿੱਚ ਰਹਿੰਦੇ ਹਾਂ ਉਹ ਤੁਸੀਂ ਰੱਖ ਲਵੋ ਤੇ ਉਸ ਦੇ ਬਦਲੇ ਸਾਨੂੰ ਉਹ ਜ਼ਮੀਨ ਦੇ ਦਿਓ, ਕਿਉਂਕਿ ਮਹਿੰਗਾਈ ਬਹੁਤ ਆ। ਅਸੀਂ ਉੱਥੇ ਹੀ ਆਪਣਾ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰ ਲਵਾਂਗੇ। ਮੀਨਾਕਸ਼ੀ ਦੀ ਗੱਲ ਸੁਣ ਕੇ ਉਸ ਦੀ ਜਠਾਣੀ ਦੇ ਚਿਹਰੇ ਤੇ ਖੁਸ਼ੀ ਨਜ਼ਰ ਆਈ ਤੇ ਕਹਿਣ ਲੱਗੀ, ਮੀਨਾਕਸ਼ੀ ਮੈਂ ਤਾਂ ਕਦੋਂ ਦੀ ਮਨੋਜ ਨੂੰ ਇਹ ਸਮਝਾ ਰਹੀ ਹਾਂ ਕਿ ਆਪਣੇ ਪੁਸ਼ਤੈਨੀ ਜ਼ਮੀਨ ਵੇਚਣ ਦੇ ਬਦਲੇ ਉੱਥੇ ਹੀ ਜਾ ਕੇ ਰਹਿ ਲਵੋ, ਪਰ ਮੇਰੀ ਇਹ ਗੱਲ ਮੰਨਣ ਨੂੰ ਹੀ ਤਿਆਰ ਨਹੀਂ ਸੀ। ਉਸ ਦਾ ਜੇਠ ਵੀ ਝੱਟ ਬੋਲਿਆ, ਮੀਨਾਕਸ਼ੀ ਮੈਂ ਉਸ ਦਾ ਵੱਡਾ ਭਰਾ, ਮੈਂ ਉਸ ਦੇ ਭਲੇ ਬਾਰੇ ਹੀ ਸੋਚਾਂਗਾ। ਮੈਂ ਅੱਜ ਵੀ ਪੇਪਰ ਬਣਾ ਲਿਆਉਂਦਾ ਤੇ ਤੁਸੀਂ ਪਤੀ ਪਤਨੀ ਸਾਈਨ ਕਰ ਦਿਓ। ਮੀਨਾਕਸ਼ੀ ਦੇ ਜੇਠ ਜਠਾਣੀ ਦੀ ਮਨ ਦੀ ਮੁਰਾਦ ਪੂਰੀ ਹੋ ਗਈ ਸੀ। ਸ਼ਾਮ ਦੇ 5 ਵਜੇ ਹੀ ਮਨੋਜ ਦੇ ਮੋਬਾਈਲ ਤੇ ਉਸ ਦੇ ਵੱਡੇ ਭਰਾ ਦਾ ਫੋਨ ਆ ਗਿਆ ਤੇ ਕਿਹਾ, ਜ਼ਮੀਨ ਦੇ ਪੇਪਰ ਤਿਆਰ ਹੋ ਗਏ ਨੇ ਤੇ ਉਸ ਤੇ ਆ ਕੇ ਸਾਈਨ ਕਰ ਜਾਵੋ। ਮਨੋਜ ਤੇ ਮੀਨਾਕਸ਼ੀ ਆਪਣੇ ਜੇਠ ਜਠਾਣੀ ਦੇ ਘਰੇ ਚਲੇ ਗਏ ਤੇ ਗਵਾਹਾਂ ਦੇ ਸਾਹਮਣੇ ਉਹਨਾਂ ਨੇ ਉਸ ਪੇਪਰ ਉੱਤੇ ਸਾਈਨ ਕਰ ਦਿੱਤੇ। ਉਸ ਖੇਤ ਵਾਲੇ ਕਮਰਿਆਂ ਦੀਆਂ ਚਾਬੀਆਂ ਮੀਨਾਕਸ਼ੀ ਦੀ ਜਠਾਣੀ ਨੇ ਫੜਾ ਦਿੱਤੀਆਂ ਤੇ ਮਨੋਜ ਨੂੰ ਕਿਹਾ, ਉਹ ਖੇਤ ਵਾਲੀ ਜ਼ਮੀਨ ਤੁਹਾਡੀ ਹੋਈ, ਹੁਣ ਤੁਸੀਂ ਉਸ ਨੂੰ ਵੇਚ ਵੀ ਸਕਦੇ ਹੋ। ਮਨੋਜ ਅਤੇ ਉਸ ਦੀ ਪਤਨੀ ਉਹ ਜ਼ਮੀਨ ਲੈ ਕੇ ਬਹੁਤ ਖੁਸ਼ ਸੀ। ਸਵੇਰੇ ਸਵੇਰੇ ਮਨੋਜ ਤੇ ਉਸ ਦੀ ਪਤਨੀ ਮੀਨਾਕਸ਼ੀ ਉਸ ਖੇਤ ਵਾਲੇ ਘਰ ਵਿੱਚ ਪਹੁੰਚ ਗਏ। ਮੀਨਾਕਸ਼ੀ ਪੂਰਾ ਦਿਨ ਉਸ ਕਮਰੇ ਨੂੰ ਸਵਾਰਨ ਵਿੱਚ ਲੱਗੀ ਰਹੀ। ਰਾਤ ਨੂੰ ਖਾਣਾ ਖਾ ਕੇ ਮਨੋਜ ਕੋਲ ਬੈਠੀ ਉਸ ਦੀ ਪਤਨੀ ਬੋਲੀ, ਮਨੋਜ ਆਪਾਂ ਸਾਰਾ ਧਨ ਇਕੱਠਾ ਨਹੀਂ ਕੱਢਾਂਗੇ, ਥੋੜਾ ਧਨ ਕੱਢ ਕੇ ਪਹਿਲਾਂ ਆਪਣਾ ਅਚਾਰ ਵਾਲਾ ਬਿਜ਼ਨਸ ਸ਼ੁਰੂ ਕਰਾਂਗੇ। ਬਿਜ਼ਨਸ ਨੂੰ ਐਡਾ ਵੱਡਾ ਕਰ ਲਵਾਂਗੇ ਕਿ ਪੂਰਵਜਾਂ ਦਾ ਪੂਰਾ ਧਨ ਕੱਢਣ ਦੀ ਜ਼ਰੂਰਤ ਹੀ ਨਹੀਂ ਪਵੇਗੀ।
ਉਹ ਖਾਣਾ ਖਾਣ ਤੋਂ ਬਾਅਦ ਉਸ ਧਨ ਨੂੰ ਲੱਭਣ ਲੱਗ ਗਏ। ਉਹਨਾਂ ਨੇ ਇੱਕ ਕਮਰੇ ਦੇ ਇੱਕ ਕੋਨੇ ਤੋਂ ਪੁੱਟਣਾ ਸ਼ੁਰੂ ਕਰ ਦਿੱਤਾ। ਉਹ ਸਾਰੀ ਰਾਤ ਤੋਂ ਸਾਰਾ ਕਮਰਾ ਪੁੱਟਦੇ ਰਹੇ, ਪਰ ਉਹਨਾਂ ਨੂੰ ਕੁਝ ਨਾ ਮਿਲਿਆ। ਉਸ ਘਰ ਵਿੱਚ 2 ਕਮਰੇ, ਇੱਕ ਰਸੋਈ, ਇੱਕ ਬਰਾਂਡਾ ਸੀ। 4 ਦਿਨਾਂ ਵਿੱਚ ਉਹਨਾਂ ਨੇ ਸਭ ਪੁੱਟ ਸੁੱਟਿਆ, ਪਰ ਕੁਝ ਨਾ ਮਿਲਿਆ। ਮਨੋਜ ਨਾਰਾਜ਼ ਹੋ ਚੁੱਕਿਆ ਸੀ। ਉਸ ਦੇ ਸਾਰੇ ਸੁਪਨੇ ਬਿਖਰ ਚੁੱਕੇ ਸੀ। ਇਸ ਵਿੱਚ ਉਸ ਦੀ ਪਤਨੀ ਉਸ ਨੂੰ ਹੌਸਲਾ ਦਿੰਦੀ, ਪਰ ਮਨੋਜ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਸੀ। ਇੱਕ ਦਿਨ ਮਨੋਜ ਨੇ ਆਤਮ ਹੱਤਿਆ ਕਰ ਲਈ। ਪਤੀ ਦੀ ਦਰਦਨਾਕ ਮੌਤ ਤੋਂ ਬਾਅਦ ਉਸ ਦੇ ਸਾਹਮਣੇ ਉਸ ਦੀ ਬੇਟੀ ਦਾ ਭਵਿੱਖ ਸੀ। 15 ਸਾਲਾਂ ਬਾਅਦ 15 ਸਾਲ ਗੁਜ਼ਰ ਚੁੱਕੇ ਸੀ। ਬੇਵਕੂਫ ਮੀਨਾਕਸ਼ੀ ਹੁਣ ਸ਼ਹਿਰ ਦੀ ਮਸ਼ਹੂਰ ਬਿਜ਼ਨਸ ਵੂਮੈਨ ਬਣ ਗਈ ਸੀ। ਵਿਦੇਸ਼ਾਂ ਤੱਕ ਉਸ ਦੇ ਅਚਾਰ ਦੀ ਖੁਸ਼ਬੂ ਪਹੁੰਚ ਗਈ ਸੀ। ਮੀਨਾਕਸ਼ੀ ਦੇਵੀ ਦੀ ਕੰਪਨੀ ਉਸ ਦੀ ਬੇਟੀ ਸੰਭਾਲ ਰਹੀ ਸੀ। ਉਸ ਦੀ ਬੇਟੀ 21 ਸਾਲ ਦੀ ਹੋ ਚੁੱਕੀ ਸੀ। ਇੱਕ ਦਿਨ ਉਹ ਡਰਾਇੰਗ ਰੂਮ ਵਿੱਚ ਬੈਠੀ ਸੀ ਤਾਂ ਉਸ ਦੇ ਨੌਕਰ ਨੇ ਆ ਕੇ ਕਿਹਾ, ਤੁਹਾਨੂੰ ਕੋਈ ਬਾਹਰੋਂ ਮਿਲਣ ਆਇਆ ਤੇ ਉਹ ਕਹਿ ਰਹੇ ਆ ਅਸੀਂ ਮਨੋਜ ਦੇ ਵੱਡੇ ਭਰਾ ਭਰਜਾਈ ਹਾਂ। ਮੀਨਾਕਸ਼ੀ ਨੇ ਜਲਦੀ ਦੇਣੇ ਕਿਹਾ, ਉਹਨਾਂ ਨੂੰ ਬੁਲਾਓ। 15 ਸਾਲਾਂ ਬਾਅਦ ਆਪਣੇ ਜੇਠ ਜਠਾਣੀ ਨੂੰ ਸਾਹਮਣੇ ਦੇਖ ਕੇ ਮੀਨਾਕਸ਼ੀ ਬੇਹੱਦ ਹੈਰਾਨ ਸੀ, ਕਿਉਂਕਿ ਉਹ ਆਪਣੇ ਭਰਾ ਦੇ ਮਰਨ 'ਤੇ ਵੀ ਨਹੀਂ ਆਏ ਸੀ। ਚਾਹ ਪਾਣੀ ਪਿਆਉਣ ਤੋਂ ਬਾਅਦ ਮੀਨਾਕਸ਼ੀ ਨੇ ਉਹਨਾਂ ਨੂੰ ਆਪਣੇ ਘਰ ਆਉਣ ਦੀ ਵਜ੍ਹਾ ਪੁੱਛੀ ਤਾਂ ਉਹਨਾਂ ਨੇ ਕਿਹਾ, ਸਾਡਾ ਸਾਰਾ ਕੁਝ ਲੁੱਟਿਆ ਗਿਆ। ਬੈਂਕ ਵਿੱਚ ਡਕੈਤੀ ਹੋ ਗਈ ਤੇ ਉਸ ਵਿੱਚ ਮੇਰਾ ਨਾਮ ਆ ਗਿਆ। ਉਹਨਾਂ ਨੇ ਮੈਨੂੰ ਨੌਕਰੀ ਉੱਤੋਂ ਕੱਢ ਦਿੱਤਾ। ਮੈਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਸਾਰੀ ਜਮ੍ਹਾਂ ਪੂੰਜੀ ਲਾ ਦਿੱਤੀ। ਅਸੀਂ ਦੋਨੋਂ ਹੁਣ ਕਿਰਾਏ ਦੇ ਘਰ ਵਿੱਚ ਰਹਿਣ ਲਈ ਮਜਬੂਰ ਹੋ ਗਏ। ਮੀਨਾਕਸ਼ੀ ਨੂੰ ਇਹ ਸਭ ਸੁਣ ਕੇ ਬਹੁਤ ਅਫਸੋਸ ਹੋਇਆ। ਉਸ ਨੇ ਉਹਨਾਂ ਦੇ ਬੱਚਿਆਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਨੂੰ ਅਸੀਂ ਮਹਿੰਗੇ ਸਕੂਲ ਵਿੱਚ ਪੜ੍ਹਾਇਆ ਸੀ ਉਹ ਨਿਕੰਮੇ ਅਤੇ ਨਾਲਾਇਕ ਬਣ ਗਏ। ਉਹਨਾਂ ਨੂੰ ਆਪਣੇ ਮਾਂ-ਬਾਪ ਨਾਲ ਕੋਈ ਮਤਲਬ ਨਹੀਂ। ਉਹ ਬੱਚੇ ਪ੍ਰਾਈਵੇਟ ਸਕੂਲ ਵਿੱਚ ਪੜ੍ਹੇ ਸੀ ਤੇ ਮੀਨਾਕਸ਼ੀ ਦੀ ਬੇਟੀ ਸਰਕਾਰੀ ਸਕੂਲ ਵਿੱਚ। ਕਹਿੰਦੇ ਆ ਕਿ ਪੈਸੇ ਨਾਲ ਸੰਸਕਾਰ ਨਹੀਂ ਖਰੀਦੇ ਜਾ ਸਕਦੇ, ਉਹ ਪਰਿਵਾਰ ਤੋਂ ਹੀ ਮਿਲਦੇ ਆ। ਮੀਨਾਕਸ਼ੀ ਦੀ ਬੇਟੀ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਵਧੀਆ ਅਹੁਦੇ 'ਤੇ ਲੱਗ ਗਈ ਸੀ, ਜਿਨ੍ਹਾਂ ਦੇ ਦਿਲ ਵਿੱਚ ਮੀਨਾਕਸ਼ੀ ਦੇ ਲਈ ਥੋੜ੍ਹੀ ਜਿਹੀ ਜਗ੍ਹਾ ਵੀ ਨਹੀਂ ਸੀ। ਮੀਨਾਕਸ਼ੀ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਜਗ੍ਹਾ ਦੇ ਦਿੱਤੀ। ਇੱਕ ਦਿਨ ਮੀਨਾਕਸ਼ੀ ਦੇ ਕੋਲ ਉਸ ਦੀ ਬੇਟੀ ਆਈ ਤੇ ਬੋਲੀ, ਮਾਂ, ਦਾਦੀ ਨੇ ਜੋ ਤੁਹਾਨੂੰ ਦੱਸਿਆ ਸੀ ਉਸ ਬਾਰੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ, ਜਿਸ ਦੀ ਵਜ੍ਹਾ ਨਾਲ ਆਪਾਂ ਇਸ ਕਾਮਯਾਬੀ ਦੀ ਉਚਾਈ 'ਤੇ ਪਹੁੰਚੇ। ਮੀਨਾਕਸ਼ੀ ਨੇ ਕਿਹਾ ਕਿ ਤੇਰੇ ਪਾਪਾ ਹਾਰ ਮੰਨ ਗਏ ਸੀ ਤੇ ਆਤਮ ਹੱਤਿਆ ਕਰ ਲਈ, ਪਰ ਮੈਂ ਉਹਨਾਂ ਦੀ ਮੌਤ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ ਤੇ ਉਹਨਾਂ ਕਮਰਿਆਂ ਦੀ ਵੀ ਦੁਬਾਰਾ ਖੁਦਾਈ ਕੀਤੀ। ਮੈਂ 2 ਮਹੀਨਿਆਂ ਤੱਕ ਉਹਨਾਂ ਕਮਰਿਆਂ ਨੂੰ ਪੁੱਟਦੀ ਰਹੀ। ਆਖਿਰ ਮੈਨੂੰ ਉਹ ਖਜ਼ਾਨਾ ਮਿਲ ਹੀ ਗਿਆ। ਮੀਨਾਕਸ਼ੀ ਦੀ ਬੇਟੀ ਨੇ ਪੁੱਛਿਆ ਕਿ ਫਿਰ ਤਾਂ ਬਹੁਤ ਸਾਰਾ ਸੋਨਾ ਹੋਵੇਗਾ। ਮੀਨਾਕਸ਼ੀ ਹੱਸੀ ਤੇ ਉਹ ਆਪਣੀ ਬੇਟੀ ਨੂੰ ਉਸ ਕਮਰੇ ਵਿੱਚ ਲੈ ਗਈ, ਉਸ ਲੋਕਰ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਅਤੇ ਉਸ ਦੇ ਹੱਥ 'ਤੇ ਚਾਬੀਆਂ ਰੱਖ ਦਿੱਤੀਆਂ। ਮੀਨਾਕਸ਼ੀ ਨੇ ਕਿਹਾ, ਤੂੰ ਇਸ ਨੂੰ ਖੋਲ੍ਹ ਕੇ ਦੇਖ। ਜਦੋਂ ਉਸ ਦੀ ਬੱਚੀ ਨੇ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੇ ਵਿੱਚ ਕੱਪੜੇ ਵਿੱਚ ਲਪੇਟੀ ਹੋਈ ਦਸਤਾਵੇਜ਼ ਸੀ, ਜਿਸ ਵਿੱਚ ਅਚਾਰ ਬਣਾਉਣ ਦੀ ਪ੍ਰਾਚੀਨ ਰੈਸਿਪੀ ਲਿਖੀ ਹੋਈ ਸੀ। ਆਪਣੀ ਬੇਟੀ ਨੂੰ ਹੈਰਾਨ ਹੁੰਦੀ ਦੇਖ ਉਹ ਬੋਲੀ, ਆਪਣੇ ਪੂਰਵਜਾਂ ਦਾ ਪੁਰਾਣਾ ਅਚਾਰ ਦਾ ਬਿਜ਼ਨਸ ਸੀ। ਇਹਨਾਂ ਕਿਤਾਬਾਂ ਤੋਂ ਮੈਂ ਪੜ੍ਹ ਕੇ ਅਚਾਰ ਬਣਾਉਣਾ ਸ਼ੁਰੂ ਕੀਤਾ ਅਤੇ ਅੱਜ ਇਸ ਥਾਂ 'ਤੇ ਹਾਂ ਤੇ ਹੁਣ ਮੇਰਾ ਬਣਾਇਆ ਅਚਾਰ ਵਿਦੇਸ਼ਾਂ ਤੱਕ ਪਹੁੰਚਣ ਲੱਗਿਆ। ਮੀਨਾਕਸ਼ੀ ਦੀ ਬੇਟੀ ਨੂੰ ਉਸ ਦੇ ਪੂਰਵਜਾਂ ਦੇ ਖਜ਼ਾਨੇ ਦਾ ਰਹੱਸ ਪਤਾ ਚੱਲ ਗਿਆ। ਉਸ ਨੂੰ ਆਪਣੀ ਮਾਂ ਦੀ ਮਿਹਨਤ ਅਤੇ ਲਗਨ 'ਤੇ ਬੇਹੱਦ ਗਰਵ ਸੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।